ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਆਨੰਦ ਵਿਨੋਦ ਤੇਰੇ ਕਰ ਸੋਹੇ, ਸੋ ਤਨ ਕੰਤ ਸਿਗਾਰੀ ਜੀਓ। ਸਾ ਗੁਣਵੰਤੀ ਸਾ ਵਡਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ। ਰੂਪਵੰਤ ਸਾ ਸੁਗੜ ਵਿਚੱਕਣ, ਸੋ ਤਨ ਕੰਤ ਪਿਆਰੀ ਜੀਓ। ਅਚਾਰਵੰਤ ਸਾਈ ਪਰਦਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ। ਸਾ ਕੁਲਵੰਤੀ ਸਾ ਸੁਬਰਾਈ, ਜੋ ਪਿਰ ਕੇ ਰੰਗ ਸਵਾਰੀ ਜੀਓ। ਮਹਿਮਾ ਤਿਸ ਕੀ ਕਹਿਣ ਨ ਜਾਏ, ਸੋ ਪਿਰ ਮੇਲ ਲਈ ਅੰਗ ਲਾਏ। ਥਿਰ ਸੁਹਾਗ ਵਰ ਅਗਮ ਅਗੋਚਰ, ਜਨ ਨਾਨਕ ਪ੍ਰੇਮ ਸਧਾਰੀ ਜੀਓ। ਮਹਿਮਾ ਤਿਸ ਕੀ ਕਹਿਣ ਨ ਜਾਏ, ਜੋ ਪਿਰ ਮੇਲ ਲਈ ਅੰਗ ਲਾਏ। ਥਿਰ ਸੁਹਾਗ ਵਰ ਅਗਮ ਅਗੋਚਰ, ਜਨ ਨਾਨਕ ਪ੍ਰੇਮ ਸਧਾਰੀ ਜੀਓ। ਗੁਰੂ ਜੀ ਕਹਿੰਦੇ ਹਨ ਕਿ ਹੇ ਸਖੀ, ਜਿਸ ਹਿਰਦੇ ਘਰ ਵਿੱਚ ਪ੍ਰਭੂ ਰੂਪ ਪਤੀ ਨੇ ਆਪਣੇ ਪ੍ਰਕਾਸ਼ ਨਾਲ ਚੰਗਾ ਭਾਗ ਲਾ ਦਿੱਤਾ ਹੋਵੇ, ਉਸ ਹਿਰਦੇ ਵਿੱਚ ਪ੍ਰਭੂ ਰੂਪ ਪਤੀ ਦੀ ਸਿਫਤ ਸਲਾਹ ਦਾ ਗੀਤ ਗਾਇਆ ਜਾਂਦਾ ਹੈ। ਜਿਸ ਜੀਵ ਰੂਪ ਇਸਤਰੀ ਨੂੰ ਪ੍ਰਭੂ ਰੂਪ ਪਤੀ ਨੇ ਆਤਮਕ ਸੁੰਦਰਤਾ ਬਖਸ਼ ਦਿੱਤੀ ਹੋਵੇ, ਆਪ ਸ਼ਿੰਗਾਰਿਆ ਹੋਵੇ, ਉਸ ਦੇ ਹਿਰਦੇ ਵਿੱਚ ਆਤਮਕ ਆਨੰਦ ਸੋਭਦੇ ਹਨ, ਆਤਮਕ ਖੁਸ਼ੀਆਂ ਸੋਭਦੀਆਂ ਹਨ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੜੀ ਜੀਵ ਰੂਪ ਇਸਤਰੀ ਪਤੀ ਰੂਪ ਪ੍ਰਭੂ ਦੀ ਪਿਆਰੀ ਬਣ ਜਾਏ, ਉਹ ਸਭ ਗੁਣਾਂ ਦੀ ਮਾਲਕ ਬਣ ਜਾਂਦੀ ਹੈ। ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ। ਉਹ ਆਤਮਕ ਗਿਆਨ ਰੂਪ ਪੁੱਤਰ ਵਾਲੀ, ਚੰਗੇ ਸੁਭਾਅ ਵਾਲੀ ਅਤੇ ਸੁਹਾਗ ਵਾਲੀ ਬਣ ਜਾਂਦੀ ਹੈ। ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ। ਉਹ ਸੱਜੀ ਘਾੜਤ ਕੱਢਣ ਵਾਲੇ ਮਨ ਦੀ ਮਾਲਕ ਅਤੇ ਚੰਗੀ ਸੂਝ ਦੀ ਮਾਲਕ ਬਣ ਜਾਂਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਦਾ ਆਚਰਣ ਉੱਚਾ ਹੋ ਜਾਂਦਾ ਹੈ। ਉਹ ਸੰਗਤ ਵਿੱਚ ਮੰਨੀ ਪ੍ਰਮੰਨੀ ਜਾਂਦੀ ਹੈ ਅਤੇ ਪ੍ਰਭੂ ਰੂਪ ਪਤੀ ਨਾਲ ਡੂੰਘੀ ਸਾਂਝ ਦਾ ਸਦਕਾ ਸਾਰੇ ਆਤਮਕ ਗੁਣ ਉਸ ਦੇ ਜੀਵਨ ਨੂੰ ਸੰਵਾਰ ਦਿੰਦੇ ਹਨ। ਉਸੇ ਗੁਣਵੰਤੀ ਨੂੰ ਸਾਰੇ ਸ਼ਿੰਗਾਰ ਸੋਭਦੇ ਹਨ। ਉਹ ਉੱਚੀ ਕੁਲ ਵਾਲੀ ਸਮਝੀ ਜਾਂਦੀ ਹੈ। ਉਹ ਭਰਾਵਾਂ ਵਾਲੀ ਹੋ ਜਾਂਦੀ ਹੈ। ਜਿਹੜੀ ਜੀਵ ਰੂਪ ਇਸਤਰੀ ਪ੍ਰਭੂ ਰੂਪ ਪਤੀ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਉਸ ਜੀਵ ਰੂਪ ਇਸਤਰੀ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਨੂੰ ਪ੍ਰਭੂ ਰੂਪ ਪਤੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ, ਆਪਣੇ ਗਲ ਨਾਲ ਲਾ ਕੇ ਆਪਣੇ ਵਿੱਚ ਲੀਨ ਕਰ ਲਿਆ ਹੋਵੇ, ਫਿਰ ਨਾਨਕ ਦਾਸ ਆਖਦੇ ਹਨ ਕਿ ਜਿਹੜਾ ਪਰਮਾਤਮਾ ਅਪਹੁੰਚ ਹੈ, ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ
ਨਹੀਂ ਹੋ ਸਕਦੀ, ਉਹ ਉਸ ਜੀਵ ਰੂਪੀ ਇਸਤਰੀ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ। ਉਸ ਜੀਵ ਰੂਪ ਇਸਤਰੀ ਨੂੰ ਉਸ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ ਹੈ। ਉਸ ਜੀਵ ਰੂਪ ਇਸਤਰੀ ਨੇ ਅਗਮ ਅਗੋਚਰ ਪ੍ਰਭੂ ਰੂਪ ਵਰ ਰੂਪ ਵਿੱਚ ਪ੍ਰਾਪਤ ਕਰਕੇ ਆਪਣਾ ਅਟਲ ਸੁਹਾਗ ਬਣਾ ਲਿਆ ਹੈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਉਹੀ ਗੁਰਮੁਖ ਰੂਪ ਇਸਤਰੀ ਸ਼੍ਰੇਸ਼ਟ ਅਤੇ ਸ਼ੋਭਾਸ਼ਾਲੀ ਹੈ, ਜੋ ਪਰਮਾਤਮਾ ਰੂਪ ਪਤੀ ਨੂੰ ਪਿਆਰੀ ਲੱਗਦੀ ਹੈ। ਉਹੀ ਉਸ ਗੁਰਮੁਖ ਸਾਧਕ ਦੀ ਮਹਿਮਾ ਅਪਾਰ ਅਤੇ ਹੋ ਜਾਂਦੀ ਹੈ ਅਤੇ ਉਸ ਨੂੰ ਪ੍ਰਭੂ ਦੀ ਪੂਰੀ ਸਰਸਪਤੀ ਹਾਸਲ ਹੈ। ਜੀਵ ਰੂਪ ਇਸਤਰੀ ਦੇ ਲੱਛਣ ਅਤੇ ਉਸ ਦੀ ਸੋਭਾ ਦਾ ਇਸ ਸ਼ਬਦ ਦੇ ਅੰਦਰ ਵਰਣਨ ਕਰਕੇ ਇੱਕ ਨੁਕਤੇ ਦੀ ਟੇਕ ਦਿੱਤੀ ਹੈ। ਉਹ ਹੈ ਪ੍ਰੇਮ ਸਧਾਰੀ ਜੀਓ, ਜਾਤਰ ਤਤਰ ਦਿਸਾਂ ਵਿਸਾਂ, ਹੋਏ ਫੈਲਿਓ ਅਨੁਰਾਗ। ਅਨੁਸਾਰ ਪਰਮੇਸ਼ਰ ਦੀ ਹਜ਼ੂਰੀ ਦਾ ਆਨੰਦ ਮਾਣੀਏ, ਤਾਂ ਹੀ ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰੇ ਨ ਜਾਏ ਵਾਲੀ ਸਥਿਤੀ ਬਣਦੀ ਹੈ। ਜਿਸ ਘਰ ਹਿਰਦੇ ਵਿੱਚ ਪਰਮੇਸ਼ਰ ਆ ਵਸਦਾ ਹੈ, ਉੱਥੇ ਬਰਕਤਾਂ ਅਤੇ ਖੁਸ਼ੀਆਂ ਦਾ ਸਮੁਦਾਇ ਹੋ ਜਾਂਦਾ ਹੈ। ਉੱਥੇ ਸਾਰੀ ਕੁਦਰਤੀ ਸ਼ਿੰਗਾਰ ਆਪ ਮੁਹਾਰੇ ਆ ਸ਼ੋਭਦੇ ਹਨ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।